ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਆਪਾਂ ਨੇ ਇੱਕ ਲੈਕਚਰ ਲੜੀ ਸ਼ੁਰੂ ਕੀਤੀ ਹੈ ਕਵਿਤਾ ਦੇ ਬਾਰੇ ਵਿੱਚ, ਜਿਸ ਦਾ ਪਹਿਲਾ ਲੈਕਚਰ ਕਵਿਤਾ ਕਿਵੇਂ ਲਿਖੀਏ ਇਹ ਆਪਾਂ ਸਾਰਿਆਂ ਨੇ ਆਪੋ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਦਾਸ ਦੀ YouTube ਤੇ ਬਹੁਤ ਹੀ ਵਧੀਆ ਕਮੈਂਟਸ ਇਸ ਦੇ ਬਾਰੇ ਆਏ ਹਨ ਤੇ ਮੈਂ ਜਿਹੜੇ ਕਮੈਂਟਸ ਜਿਨ੍ਹਾਂ ਨੇ ਦਿੱਤੇ ਨੇ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਤੋ ਅੱਜ ਆਪਣਾ ਵਿਸ਼ਾ ਹੈ ਕਵਿਤਾ ਕੀ ਹੈ, ਤੋ ਇਸ ਦੇ ਬਾਰੇ ਆਪਾਂ ਵਿਚਾਰ ਚਰਚਾ ਕਰਨੀ ਹੈ। ਇਹ ਗੱਲ ਆਪਾਂ ਸਾਰਿਆਂ ਨੇ ਯਾਦ ਰੱਖਣੀ ਹੈ ਕਿ ਸੰਸਾਰ ਦੇ ਜਿੰਨੇ ਵੀ ਪ੍ਰਸਿੱਧ ਕਵੀ ਹੋਏ ਨੇ, ਵਿਦਵਾਨ ਹੋਏ ਨੇ, ਉਹਨਾਂ ਨੇ ਕਵਿਤਾ ਦੀਆਂ ਆਪੋ ਆਪਣੇ ਅਨੁਭਵਾਂ ਦੇ ਅਨੁਸਾਰ ਪਰਿਭਾਸ਼ਾਵਾਂ ਦਿੱਤੀਆਂ ਨੇ, ਡੈਫੀਨੇਸ਼ਨ ਦਿੱਤੀ ਹੈ। ਪਰ ਇਹਨਾਂ ਪਰਿਭਾਸ਼ਾਵਾਂ ਬਾਰੇ ਆਪਾਂ ਅਗਲੇ ਜੋ ਸਾਡੀ ਲੈਕਚਰ ਲੜੀ ਚਾਹਣਗੇ ਉਹਦੇ ਵਿੱਚ ਆਪਾਂ ਵਿਚਾਰ ਸਾਂਝੇ ਕਰਾਂਗੇ। ਅੱਜ ਕਵਿਤਾ ਕੀ ਹੈ ਇਸ ਬਾਰੇ ਜੋ ਵਿਦਵਾਨਾਂ ਦੀ ਰਾਏ ਅਨੁਸਾਰ ਤੱਤ ਹੈ, ਨਿਚੋੜ ਹੈ, ਤੋ ਇਸ ਦੇ ਬਾਰੇ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ। ਜਿੰਨੇ ਵੀ ਸਰੋਤੇ ਅੱਜ ਇਹ ਕਵਿਤਾ ਜਾਂ ਇਸ ਦੇ ਪੱਖ ਬਾਰੇ ਜਾਣਨ ਲਈ ਤੁਸੀਂ ਸ਼ਾਮਲ ਹੋਏ ਹੋ ਤੇ ਬਾਅਦ ਦੇ ਵਿੱਚ ਵੀ ਜਿਹੜੇ YouTube ਤੋਂ ਇਹ ਸਾਰੀ ਗੱਲਬਾਤ ਸੁਣਨਗੇ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ ਹਾਂ। ਤੋ ਆਮ ਤੌਰ ਤੇ ਇਹ ਮੰਨਿਆ ਤੇ ਕਿਹਾ ਜਾਂਦਾ ਹੈ ਕਿ ਜਦੋਂ ਤੋਂ ਜੀਵ ਹੋਂਦ ਵਿੱਚ ਆਇਆ ਹੈ ਕਵਿਤਾ ਵੀ ਇਸ ਦੇ ਨਾਲ ਹੀ ਆਈ ਹੈ। ਇਸੇ ਤਰ੍ਹਾਂ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਮਨੁੱਖ ਨੇ ਜਦੋਂ ਜੀਭ ਨਾਲ ਕੁਝ ਬੋਲਿਆ ਤਾਂ ਉਸਨੇ ਪਹਿਲੀ ਆਵਾਜ਼ ਕਵਿਤਾ ਵਿੱਚ ਹੀ ਕੱਢੀ। ਇਸ ਗੱਲ ਦਾ ਵੀ ਕਈ ਥਾਂ ਤੇ ਜ਼ਿਕਰ ਆਉਂਦਾ ਹੈ ਕਿ ਕਵਿਤਾ ਦਿਲ ਅਥਵਾ ਹਿਰਦੇ ਦੀ ਬੋਲੀ ਹੈ। ਕਿਉਂਕਿ ਹਿਰਦੇ ਦੀਆਂ ਤਰੰਗਾਂ ਦੇ ਵਿੱਚੋਂ ਉਪਜਦੀ ਹੈ। ਤੋ ਆਪਾਂ ਬਹੁਤ ਹੀ ਸਧਾਰਨ ਸ਼ਬਦਾਂ ਦੇ ਵਿੱਚ ਕਵਿਤਾ ਦੀ ਬਣਤਰ ਬਾਰੇ ਅੱਜ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਜਿਹੜੀ ਕਵਿਤਾ ਹੈ ਉਹ ਸਾਡੇ ਮਨ ਦੇ ਵਿੱਚ ਉਪਜੇ ਹੋਏ ਵਲਵਲੇ, ਖਿਆਲਾਂ, ਵਿਚਾਰਾਂ ਦਾ ਇੱਕ ਪ੍ਰਵਾਹ ਹੈ। ਤੋ ਕਵੀ ਦੇ ਹਿਰਦੇ ਵਿੱਚੋਂ ਜਿਹੜੀ ਕਵਿਤਾ ਹੈ ਇਹ ਆਪ ਮੁਹਾਰੇ ਫੁੱਟਦੀ ਹੈ। ਕਈ ਵਾਰੀ ਤਾਂ ਮਨ ਵਿੱਚ ਉੱਠ ਰਹੇ ਵਲਵਲੇ ਅਤੇ ਜਜ਼ਬਾਤ ਕਵੀਆਂ ਨੂੰ ਰਾਤ ਭਰ ਸੌਣ ਵੀ ਨਹੀਂ ਦਿੰਦੇ ਤੇ ਇਸ ਲਈ ਕਵੀ ਆਪਣੇ ਕੋਲ ਪੈਨ ਤੇ ਕਾਗਜ਼ ਰੱਖਦੇ ਨੇ ਅਤੇ ਜਦੋਂ ਵੀ ਲੋੜ ਪੈਂਦੀ ਹੈ ਉਹ ਆਪਣੇ ਪੈਨ ਨਾਲ ਕਾਗਜ਼ ਦੀ ਹਿੱਕ ਉੱਤੇ ਜੋ ਸ਼ਬਦ ਨੇ ਉਹ ਉਕਰਨੇ ਸ਼ੁਰੂ ਕਰ ਦਿੰਦੇ ਨੇ ਤੇ ਜਿਹੜੇ ਵਿਚਾਰ, ਵਲਵਲੇ, ਖਿਆਲਾਤ, ਜਜ਼ਬਾਤ ਅੰਦਰੋਂ ਉਛਾਲੇ ਮਾਰਦੇ ਨੇ ਉਹਨਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਸ਼ਬਦਾਂ ਦੇ ਨਾਲ ਇਹਨਾਂ ਵਲਵਲਿਆਂ ਨੂੰ ਉਹ ਮਾਲੋ ਮਾਲ ਕਰ ਦਿੰਦੇ ਨੇ। ਹੁਣ ਜਦੋਂ ਇਹ ਸ਼ਬਦ ਜਿਹੜੇ ਇਕੱਠੇ ਹੋ ਜਾਂਦੇ ਨੇ ਉਹਨਾਂ ਸੋਹਣੇ ਸੋਹਣੇ ਸ਼ਬਦਾਂ ਨੂੰ ਜਿਹੜਾ ਕਵੀ ਹੈ ਉਹ ਦੁਨਿਆਵੀ ਤੌਰ ਤੇ ਪਿੰਗਲ ਤੇ ਅਰੂਜ਼ ਦੇ ਨਿਯਮਾਂ ਅਨੁਸਾਰ ਛੰਦਾਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਜਿਹੜੀ ਵੀ ਵੰਨਗੀ ਹੁੰਦੀ ਹੈ ਕਵਿਤਾ ਦੀ ਉਸ ਵੰਨਗੀ ਅਨੁਸਾਰ ਹੀ ਜੋ ਵੀ ਛੰਦ ਰਚਨਾ ਹੁੰਦਾ ਹੈ, ਰੁਬਾਈ ਹੈ, ਗਜ਼ਲ ਹੈ, ਕੋਰੜਾ ਛੰਦ ਹੈ, ਬੈਂਤ ਹੈ, ਜੋ ਵੀ ਹੈ ਉਸ ਨੂੰ ਉਸ ਛੰਦ ਮੁਤਾਬਕ ਕਵੀ ਜਿਹੜਾ ਉਹ ਸਜਾਉਂਦਾ ਹੈ। ਫਿਰ ਇਸ ਵਿੱਚ ਰਸ, ਅਲੰਕਾਰ, ਚਿੰਨ੍ਹ, ਪ੍ਰਤੀਕ ਆਦਿ ਥਾਂ ਥਾਂ ਤੇ ਸਜਾ ਕੇ ਆਪਣੀ ਕਵਿਤਾ ਨੂੰ ਭਾਵਪੂਰਤ ਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ। ਜਿਹੜਾ ਕਵੀ ਹੈ ਉਸ ਨੂੰ ਸੁਰ, ਤਾਲ, ਲੈਅ ਦਾ, ਵਜਨ ਤੋਲ ਦਾ ਵੀ ਖਾਸ ਖਿਆਲ ਰੱਖਣਾ ਪੈਂਦਾ ਹੈ। ਤੇ ਇੱਕ ਗੱਲ ਮੈਂ ਜ਼ਰੂਰ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਇਹ ਵਲਵਲੇ, ਜਜ਼ਬਾਤ, ਖਿਆਲ, ਵਿਚਾਰ ਜਦੋਂ ਛੰਦਾਬੰਦੀ ਦੇ ਵਿੱਚ, ਸੁਰ ਵਿੱਚ, ਲੈਅ ਤਾਲ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਦੀ ਇੱਕ ਅਲੱਗ ਹੀ ਤਾਕਤ ਬਣ ਜਾਂਦੀ ਹੈ ਤੇ ਸੋਨੇ ਤੇ ਸੁਹਾਗੇ ਵਾਲਾ
ਕੰਮ ਹੁੰਦਾ ਹੈ। ਇਸੇ ਕਰਕੇ ਹੀ ਕਵਿਤਾ ਨੂੰ ਸ਼ਾਬਦਿਕ ਕਲਾ ਅਤੇ ਕਵੀ ਨੂੰ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ। ਕਵੀ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਆਪਣੀ ਰਚੀ ਹੋਈ ਕਵਿਤਾ ਨੂੰ ਲੋਕਾਂ ਕੋਲ ਪਹੁੰਚਾਉਂਦਾ ਹੈ ਅਤੇ ਉਹ ਜਿਹੜੀ ਕਵਿਤਾ ਹੈ ਕਵੀ ਦੀਆਂ ਸੂਖਮ ਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਦੀ ਹੋਈ ਪਾਠਕਾਂ ਸਰੋਤਿਆਂ ਦੀ ਰੂਹ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤੇ ਉਸ ਨੂੰ ਸਰਸ਼ਾਰ ਕਰਦੀ ਹੈ। ਕਈ ਜਿਹੜੇ ਸਾਡੇ ਕਵੀ ਸਹਿਬਾਨ ਨੇ, ਵਿਦਵਾਨ ਸਹਿਬਾਨ ਨੇ, ਇਹ ਆਮ ਤੌਰ ਤੇ ਇਹ ਗੱਲ ਕਹਿੰਦੇ ਨੇ ਕਿ ਕਵਿਤਾ ਰੱਬ ਦੀ ਦਾਤ ਹੈ। ਔਰ ਇਹ ਇਸੇ ਕਰਕੇ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਤੇ ਗੁਰਬਾਣੀ ਨੂੰ ਅਸੀਂ ਆਮ ਕਵਿਤਾ ਨਹੀਂ ਕਹਿੰਦੇ। ਜਿਹੜੇ ਗੁਰੂ ਸਾਹਿਬਾਨ ਨੇ ਕਵਿਤਾ ਰਚੀ ਹੈ, ਜਿਹੜੇ ਭਗਤ ਸਾਹਿਬਾਨ ਨੇ ਕਵਿਤਾ ਰਚੀ ਹੈ, ਇਸ ਨੂੰ ਅਸੀਂ ਧੁਰਕੀ ਬਾਣੀ ਦਾ ਨਾਂ ਦਿੰਦੇ ਹਾਂ। ਇਸੇ ਤਰ੍ਹਾਂ ਹੋਰ ਵੀ ਜਿੰਨੇ ਮਹਾਨ ਧਾਰਮਿਕ ਗ੍ਰੰਥ ਨੇ, ਉਹਨਾਂ ਦੇ ਰਚਨਹਾਰੇ ਨੇ, ਉਹ ਗ੍ਰੰਥਾਂ ਦੇ ਵਿੱਚ ਜਿਹੜੀਆਂ ਆਇਤਾਂ ਨੇ ਜਾਂ ਹੋਰ ਵੀ ਵਧੀਆ ਢੰਗ ਤਰੀਕੇ ਦੇ ਨਾਲ ਜੋ ਗੁਣਗਾਨ ਕੀਤਾ ਗਿਆ ਹੈ ਪ੍ਰਮਾਤਮਾ ਦਾ ਜਾਂ ਅਧਿਆਤਮਵਾਦ ਹੈ, ਉਹ ਸਾਨੂੰ ਵਿਸਮਾਦ ਵਿੱਚ ਲੈ ਜਾਂਦਾ ਹੈ ਤੇ ਅਸੀਂ ਇਸੇ ਕਰਕੇ ਕਵਿਤਾ ਨੂੰ ਜਿਹੜਾ ਉਹ ਰੱਬੀ ਦਾਤ ਵੀ ਕਹਿੰਦੇ ਹਾਂ, ਇਹ ਵੀ ਮੰਨਿਆ ਜਾਂਦਾ ਹੈ। ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਕਵਿਤਾ ਦੀ ਭਾਸ਼ਾ ਜਿਹੜੀ ਹੈ ਉਹ ਬਹੁਤ ਹੀ ਸਰਲ ਹੋਣੀ ਚਾਹੀਦੀ ਹੈ, ਜਿਹੜੀ ਆਮ ਬੋਲੀ ਦੇ ਵਿੱਚ ਹੋਵੇ ਤੇ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਹੋਵੇ। ਇੱਕ ਹੋਰ ਗੱਲ ਜਿਹੜੀ ਹੈ ਕਿ ਜਿਹੜੀ ਸਟੇਜੀ ਕਵਿਤਾ ਹੈ, ਸਟੇਜੀ ਕਵਿਤਾ ਦਾ ਤਾਂ ਬਿਲਕੁਲ ਹੀ ਇੱਕਦਮ ਲੋਕਾਂ ਦੇ ਨਾਲ ਰਾਬਤਾ ਹੁੰਦਾ ਹੈ ਤੇ ਉਹ ਜੋ ਵੀ ਕਵੀ ਕਹਿੰਦਾ ਹੈ ਉਹ ਸਿੱਧੀ ਉਹਨਾਂ ਦੇ ਦਿਲਾਂ ਤੇ ਅਸਰ ਕਰਦੀ ਹੈ। ਇਸ ਲਈ ਇਹ ਜਿਹੜੀ ਕਵਿਤਾ ਹੈ, ਮੈਂ ਫੇਰ ਬੇਨਤੀ ਕਰਾਂ, ਇਹ ਬਹੁਤ ਹੀ ਸਰਲ ਸ਼ਬਦਾਵਲੀ ਵਿੱਚ ਹੋਣੀ ਚਾਹੀਦੀ ਹੈ। ਗੁੰਝਲਦਾਰ ਭਾਸ਼ਾ ਦੀ ਵਰਤੋਂ ਕਰਨ ਤੋਂ ਸਾਨੂੰ ਜਿਹੜਾ ਉਹ ਗੁਰੇਜ਼ ਕਰਨਾ ਚਾਹੀਦਾ ਹੈ। ਜਿਹੜੀ ਕਵਿਤਾ ਹੈ ਇਸ ਦੇ ਵਿੱਚ ਜਿਹੜੀ ਵਾਰਤਕ ਦੇ ਵਿੱਚ ਆਪਾਂ ਬਹੁਤ ਲੰਬੀ ਚੌੜੀ ਗੱਲ ਕਰਦੇ ਹਾਂ, ਉਹ ਕਵਿਤਾ ਦੇ ਵਿੱਚ ਬੜੇ ਹੀ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਅਸੀਂ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਕਹਿ ਸਕਦੇ ਹਾਂ ਤੇ ਉਸ ਦਾ ਅਸਰ ਜਿਹੜਾ ਹੈ ਉਹ ਵਾਰਤਕ ਦੇ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ। ਤੋ ਇਹ ਜਿਹੜੀ ਕਵਿਤਾ ਹੈ ਇਹ ਕਵੀ ਦੇ ਅੰਦਰੋਂ ਉੱਠ ਕੇ ਬਾਹਰ ਆ ਰਹੇ ਜਜ਼ਬਿਆਂ ਤੇ ਵਲਵਲਿਆਂ ਦਾ ਬੇਰੋਕ ਉਛਾਲਾ ਹੈ ਤੇ ਇਹ ਉਛਾਲਾ ਹੀ ਕਵਿਤਾ ਦੀ ਸ਼ਕਲ ਵਿੱਚ ਪ੍ਰਗਟ ਹੋ ਜਾਂਦਾ ਹੈ। ਇੱਕ ਹੋਰ ਬੇਨਤੀ ਕਰਦੇ ਹਾਂ ਕਿ ਜਦੋਂ ਅਸੀਂ ਕਵਿਤਾ ਸੁਣਦੇ ਹਾਂ, ਕਵਿਤਾ ਪੜ੍ਹਦੇ ਹਾਂ, ਸਾਡੇ ਮਨ ਨੂੰ ਹੁਲਾਰੇ ਆਉਂਦੇ ਨੇ। ਇਹ ਕਵਿਤਾ ਜਿਹੜੀ ਹੈ ਤਿਆਰ ਬਰ ਤਿਆਰ ਕਵਿਤਾ ਹੁੰਦੀ ਹੈ, ਪਰ ਜਦੋਂ ਕਵੀ ਜਿਹੜਾ ਹੈ ਕਵਿਤਾ ਦੀ ਸਿਰਜਣਾ ਕਰਦਾ ਹੈ ਤਾਂ ਮੈਂ ਸਮਝਦਾ ਹਾਂ ਕਿ ਬਹੁਤ ਵੱਡੀ ਤਪੱਸਿਆ ਹੈ, ਬਹੁਤ ਵੱਡਾ ਘੋਲ ਹੈ ਤੇ ਕਈਆਂ ਨੇ ਤਾਂ ਇਸ ਬਾਰੇ ਇੱਥੋਂ ਤੱਕ ਕਹਿ ਦਿੱਤਾ ਹੋਇਆ ਹੈ ਕਿ ਕਵਿਤਾ ਜਿਹੜੀ ਹੈ ਉਹ ਜਨਮ ਪੀੜਾ ਸਹਿਣ ਕੀਤੇ ਬਿਨਾ ਨਹੀਂ ਰਚੀ ਜਾ ਸਕਦੀ। ਕਵਿਤਾ ਜਨਮ ਪੀੜਾ ਸਹਿਣ ਤੋਂ ਬਿਨਾ ਨਹੀਂ ਰਚੀ ਜਾ ਸਕਦੀ। ਇਹ ਵੀ ਕਿਹਾ ਜਾਂਦਾ ਹੈ ਕਿ ਕਵਿਤਾ ਜਵਾਲਾਮੁਖੀ ਦੀ ਅੱਗ ਵਾਂਗ ਸਿੱਧੀ ਅਨੁਭਵ ਦੀ ਅੰਗੀਠੀ ਵਿੱਚੋਂ ਨਿਕਲਦੀ ਹੈ ਅਤੇ ਬਾਅਦ ਵਿੱਚ ਇਹ ਕਵਿਤਾ ਜਿਹੜੀ ਹੈ ਇਹ ਸਦੀਵੀ ਰੂਪ ਧਾਰਨ ਕਰ ਜਾਂਦੀ ਹੈ। ਅੱਜ ਦੇ ਸਮੇਂ ਦੇ ਅੰਦਰ ਜੋ ਕਵਿਤਾ ਸੁਣਨ ਤੇ ਪੜ੍ਹਨ ਦਾ ਸ਼ੌਂਕ ਜਿਹੜਾ ਹੈ ਉਹ ਬਹੁਤ ਜ਼ਿਆਦਾ ਘਟਦਾ ਜਾ ਰਿਹਾ ਹੈ, ਪਰ ਜਿਨ੍ਹਾਂ ਨੂੰ ਕਵਿਤਾ ਸੁਣਨ ਦਾ ਸ਼ੌਂਕ ਪੈਦਾ ਹੋ ਜਾਂਦਾ ਹੈ ਉਹ ਕਵਿਤਾ ਦਾ ਆਨੰਦ ਵੀ ਮਾਣਦੇ ਨੇ ਤੇ ਕਵੀ ਦੀ ਕਾਵ ਕਲਾ ਦੇ ਮੁਰੀਦ ਵੀ ਬਣ ਜਾਂਦੇ ਨੇ। ਸੰਖੇਪ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਛੰਦ ਰਚਨਾ ਦੇ ਨਿਯਮਾਂ ਦੇ ਅਨੁਸਾਰ ਰਚੀ ਹੋਈ, ਲੈ ਤੇ ਰਸ ਨਾਲ ਭਰੀ ਹੋਈ ਅਤੇ ਵਲਵਲੇ ਅਤੇ ਵਿਚਾਰ ਦੀ ਸੁੰਦਰਤਾ ਵਾਲੀ ਰਚਨਾ ਨੂੰ ਕਵਿਤਾ ਕਹਿੰਦੇ ਹਾਂ। ਕਵਿਤਾ ਦੇ ਦੋ ਅੰਗ ਹਨ। ਪਹਿਲਾ ਲੈ ਤੇ ਤਾਲ ਜਾਂ ਸੁਰ, ਅਰਥਾਤ ਪਿੰਗਲ ਦੇ ਨਿਯਮਾਂ ਅਨੁਸਾਰ ਚੁਣੇ ਤੇ ਗੁੰਦੇ ਹੋਏ ਸੁੰਦਰ ਢੁਕਵੇਂ ਸ਼ਬਦ
ਤੇ ਦੂਜਾ ਉਹਨਾਂ ਸ਼ਬਦਾਂ ਵਿਚਲੇ ਵਲਵਲੇ ਅਤੇ ਵਿਚਾਰ। ਪਹਿਲੇ ਅੰਗ ਨੂੰ ਕਵਿਤਾ ਦਾ ਸਰੀਰ ਤੇ ਦੂਜੇ ਨੂੰ ਉਸ ਦੀ ਰੂਹ ਕਿਹਾ ਜਾ ਸਕਦਾ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ। ਅਸਲ ਵਿੱਚ ਜਿਸ ਰਚਨਾ ਵਿੱਚ ਕਵਿਤਾ ਦੀ ਰੂਹ ਤੇ ਕਵਿਤਾ ਦਾ ਸਰੀਰ ਦੋਹਾਂ ਦਾ ਮੇਲ ਨਾ ਹੋਵੇ, ਉਹ ਅਸਲ ਵਿੱਚ ਕਵਿਤਾ ਨਹੀਂ ਅਖਵਾ ਸਕਦੀ। ਤੋ ਅਗਲੀ ਵਿਚਾਰ ਚਰਚਾ ਕਵਿਤਾ ਦੀਆਂ ਪਰਿਭਾਸ਼ਾਵਾਂ ਤੇ ਕਰਾਂਗੇ। ਦਾਸ ਦੀ YouTube ਤੇ ਵਿਚਾਰਾਂ ਨੂੰ ਸਰਵਣ ਕਰਦੇ ਰਹਿਣਾ ਜੀ, ਤੇ ਅੱਗੇ ਦੀ ਅੱਗੇ ਸ਼ੇਅਰ ਵੀ ਜ਼ਰੂਰ ਕਰਦੇ ਰਹਿਣਾ ਜੀ, ਤਾਂ ਕਿ ਕਵਿਤਾ ਰਚਣ ਵਾਲਿਆਂ ਅਤੇ ਕਵਿਤਾ ਦੀ ਜਾਣਕਾਰੀ ਪ੍ਰਾਪਤ ਕਰਨ ਵਾਲਿਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਰਹੇ। ਕਿਸੇ ਕਿਸਮ ਦੇ ਸੁਝਾਅ ਲਈ 9988321245 ਤੇ ਆਪਣੇ ਸੁਝਾਅ ਭੇਜਣ ਦੀ ਕਿਰਪਾਲਤਾ ਕਰਨੀ ਜੀ, ਤਾਂ ਕਿ ਅਗਲੀ ਵਿਚਾਰ ਚਰਚਾ ਵਿੱਚ ਉਹ ਸ਼ਾਮਲ ਕੀਤੇ ਜਾ ਸਕਣ। ਬਹੁਤ ਬਹੁਤ ਧੰਨਵਾਦ।